अस्सलाम वालेकुम दोस्त, उम्मीद करदा खैर नाल होसी। अज दी वीडियो बेकिंग ओवन दी बारे आ कि किस तरह काम करदा, इहदी रिपेयरिंग किस तरह खुलदा मिलदा, यानी जो भी कुछ इहदी इन्फॉर्मेशन हैगी तुहाडे नाल शेयर करदे हैं। ਇਹਦਾ ਮਸਲਾ ਇਹ ਆ ਕਿ ਸਿਰਫ ਇਹਦਾ ਲਾਈਟਾਂ ਪੰਖੇ ਚੱਲ ਰਿਹਾ ਲੇਕਿਨ ਹੀਟਰ ਨਹੀਂ ਚੱਲ ਰਿਹਾ। ਇਸ ਟਾਈਮ ਤੁਸੀਂ ਦੇਖ ਰਹੇ ਹੋ ਪੰਖਾ ਲਾਈਟ ਚੱਲ ਰਹੀ ਹੈ, ਨਾਲ ਪੰਖਾ ਚੱਲ ਰਿਹਾ, ਨਾਲ ਇਹਦੇ ਪ੍ਰੋਗਰਾਮ ਕਿੱਦਾਂ ਤੁਹਾਨੂੰ ਉਹ ਵੀ ਦੱਸਦਾ ਵਾਂ। ਠੀਕ ਆ, ਨਾਲ ਰਿਪੇਅਰਿੰਗ ਕਿੱਦਾਂ ਕਰਨੀ ਤੁਹਾਨੂੰ ਉਹ ਵੀ ਦੱਸਦਾ ਕਿਸ ਤਰ੍ਹਾਂ ਕਰਨੀ। ਇਸ ਟਾਈਮ ਤੁਹਾਨੂੰ ਦਰਮਿਆਨ 'ਚ ਪੰਖਾ ਜਿਹੜਾ ਜਾਲੀ ਦੇ ਮਗਰ ਲੱਗਾ ਅਤੇ ਬਲਬ, ਇਹ ਦੋ ਚੀਜ਼ਾਂ ਚੱਲਦੀਆਂ ਨਜ਼ਰ ਆ ਰਹੀਆਂ ਲੇਕਿਨ ਲੋਡ ਨਹੀਂ ਚੱਲਦਾ। ਅੜੀ ਮੈਂ ਨਾਪ ਘੁਮਾ ਰਿਹਾ, ਨਾਪ 'ਤੇ ਵਾਰੀ ਵਾਰੀ ਸਾਈਨ ਬਣੇ। ਠੀਕ ਆ, ਉਹ ਸਾਈਨ ਦਾ ਮਤਲਬ ਦੱਸਦਾ। ਨੀਚੇ ਵਾਲਾ ਹੀਟਰ ਠੀਕ ਆ, ਅਤੇ ਉਤਲਾ ਸਾਈਨ ਘੁੰਮਣਾ ਠੀਕ ਆ, ਨਾਲ ਬਲਬ ਚੱਲੇਗਾ, ਨਾਲ ਸਾਈਨ ਬਣਿਆ ਹੋਵੇਗਾ। ਅਤੇ ਜਿਹੜੇ ਦੋਸਤ ਬਾਬਾ ਇਹ ਚੈਨਲ 'ਤੇ ਨਵੇਂ, ਉਹ ਚੈਨਲ ਨੂੰ ਕਰੋ ਸਬਸਕ੍ਰਾਈਬ, ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਓ ਜੋ ਕਿ ਵਾਧਾ ਘਾਟਾ ਹੋਵੇ। ਅਤੇ ਹੁਣ ਇਸ ਟਾਈਮ ਘੁਮਾ ਰਿਹਾ ਇੱਕ ਸਵਾਲੀਆ ਨਿਸ਼ਾਨ, ਯਾਨੀ ਕਿ ਇੱਕ ਤੀਰ ਲੱਗਾ, ਇਹਦਾ ਮਤਲਬ ਥੱਲਾ ਹੀਟਰ ਆ, ਪੱਖਾ ਵਾ, ਉੱਪਰ ਬਲਬ ਆ, ਉਸ ਤੋਂ ਬਾਅਦ ਔਫ ਆ। ਇਸੇ ਤਰ੍ਹਾਂ ਦੁਬਾਰਾ ਤੁਹਾਨੂੰ ਰਿਪੀਟ ਕਰ ਦਿਆਂਗਾ, ਨਾਲ ਤੁਹਾਨੂੰ ਮੈਂ ਰਿਪੇਅਰਿੰਗ ਦੱਸਦਾ ਕਿਸ ਤਰ੍ਹਾਂ ਦੀ। ਠੀਕ ਆ, ਇਹਦਾ ਟਾਈਮਰ ਆ, ਯਾਨੀ ਕਿ ਕਿੰਨੇ ਮਿੰਟ ਆ, ਅਤੇ ਇਹਦਾ ਵਾ ਟੈਂਪਰੇਚਰ, ਕਿੰਨੇ ਟੈਂਪਰੇਚਰ ਤੱਕ ਤੁਸੀਂ ਕਿਹੜੀ ਚੀਜ਼ ਰੱਖਣੀ ਆ। ਉਸ ਤੋਂ ਬਾਅਦ ਟਰਿਪ ਕਰ ਜਾਏਗਾ। ਥਰਮੋਸਟੇਟ ਲੱਗਾ ਇਹਦੇ ਪਿੱਛੇ, ਤਾਰ ਵਾਲਾ ਥਰਮੋਸਟੇਟ ਕਹਿੰਦੇ ਆ। ਇਹਦਾ ਮਸਲਾ ਜਿਹੜਾ ਆ ਰਿਹਾ ਵਾ ਉਹ ਅਸੀਂ ਪਿੱਛੇ ਬੈਕ ਸਾਈਡ ਤੁਹਾਨੂੰ ਮੈਂ ਦਿਖਾਉਂਦਾ। ਇੱਕ ਤਾਂ ਬਲੋਰ ਦੀ ਤਾਰ ਟੁੱਟੀ, ਜਿਹਦਾ ਵਰਕਿੰਗ ਨਹੀਂ ਕਰ ਰਿਹਾ। ਇਹਨੇ ਆਪਣਾ ਬਲੋਰ ਨੇ ਕੰਮ ਉਦੋਂ ਕਰਨਾ ਜਦੋਂ ਟੈਂਪਰੇਚਰ ਜ਼ਿਆਦਾ ਆਵੇ। ਬਲੋਰ ਨੇ ਚੱਲਣਾ ਹਮੇਸ਼ਾ, ਇਹ ਕਰਦਾ ਸਰਕੂਲੇਸ਼ਨ, ਅੰਦਰਲੀ ਹੀਟ ਨੂੰ ਹੀ ਅੰਦਰ ਘੁਮਾਉਂਦਾ ਰਹਿੰਦਾ। ਇਸ ਬਲੋਰ ਦਾ ਇਹ ਕੰਮ ਆ ਕਿ ਅੰਦਰਲੀ ਹੀਟ ਨੂੰ ਹੀ ਸਾਰੇ ਪਾਸੇ ਘੁਮਾਉਂਦਾ ਤਾਂ ਕਿ ਬਰਾਬਰ ਸੇਕ ਲੱਗੇ। ਜਿਹੜਾ ਇਹਦਾ ਹੀਟਰ ਅਤੇ ਥੱਲੇ ਵਾਲਾ ਹੀਟਰ, ਦੋ ਹੀਟਰ ਆ। ਥੱਲੇ ਵਾਲੇ ਹੀਟਰ ਦਾ ਜੈਕ ਸੜ ਗਿਆ ਸੀਗਾ। ਇਹ ਜੈਕ ਸੜਨ ਦੀ ਵਜ੍ਹਾ ਤੋਂ ਨਾ ਪ੍ਰੋਪਰ ਵਰਕਿੰਗ ਨਹੀਂ ਕਰਦਾ, ਕਿਉਂਕਿ ਇਹਨੇ ਪਿੱਛੇ ਸਿਗਨਲ ਸੀਰੀਅਸ ਹੋ ਕੇ ਆਉਂਦਾ ਨਾ ਕਨੈਕਸ਼ਨ, ਉਹ ਹੀਟਰ ਸੜ ਗਿਆ। ਨਾ ਉੱਪਰਲਾ ਹੀਟਰ ਚੱਲਦਾ ਨਾ ਥੱਲੇ ਵਾਲਾ। ਵਾ ਇਹਦਾ ਥਰਮੋਸਟੇਟ। ਥ੍ਰਿਸਟਲ ਵੀ ਕੰਮ ਨਹੀਂ ਕਰਦਾ, ਜਿਹੜਾ ਸੈਂਸਰ ਆ ਹੀਟ ਹੋਣ ਤੋਂ ਬਾਅਦ, ਓਵਰ ਹੀਟ ਹੋਣ ਤੋਂ ਬਾਅਦ ਟਰਿਪ ਕਰ ਜਾਂਦਾ। ਅਤੇ ਬਲੋਰ ਆ, ਇਹਦੇ ਮੈਂ ਹੁਣ ਜੈਕ ਟੁੱਟ ਗਿਆ ਸੀ, ਲਾ ਕੇ ਅਤੇ ਟਾਂਕੇ ਲਾਤੇ ਆ। ਇਹਦਾ ਮੈਂ ਜੈਕ ਲਾ ਦਿੱਤਾ ਵਾ, ਹੁਣ ਮੈਂ ਚਲਾ ਕੇ ਚੈੱਕ ਕਰਾਉਣਾ। ਅਤੇ ਇਹਦਾ ਜਿਹੜਾ ਟਾਈਮਰ ਆ ਉਹ ਕਿੱਦਾਂ ਵਰਕਿੰਗ ਕਰਦਾ, ਕੀ ਹਿਸਾਬ ਕਿਤਾਬ, ਤੁਹਾਨੂੰ ਉਹ ਵੀ ਦਿਖਾਉਂਦਾ ਮੈਂ ਕਿ ਇਹਦਾ ਟਾਈਮਰ ਆ ਗਿਆ। ਟਾਈਮਰ 'ਚ ਸਪਲਾਈਆਂ ਜਾਂਦੀਆਂ ਵਾਰੀ ਵਾਰੀ। ਠੀਕ ਆ, ਮੇਨ ਸਪਲਾਈ ਇੱਕ ਸਾਈਡ 'ਤੇ ਲੱਗ ਗਈ, ਅਤੇ ਉਸ ਤੋਂ ਬਾਅਦ ਬਲਬ ਨੂੰ ਜਾਣੀ, ਫਿਰ ਸਿੰਗਲ ਹੀਟਰ ਨੂੰ ਜਾਣੀ, ਫਿਰ ਸਿੰਗਲ ਬਲਬ ਨੂੰ ਜਾਣੀ, ਫਿਰ ਸਿੰਗਲ ਅਤੇ ਡਬਲ ਹੀਟਰ ਨੂੰ ਜਾਣੀ। ਇਸ ਤਰ੍ਹਾਂ ਯਾਨੀ ਕਿ ਦਰਮਿਆਨ 'ਚ 1 2 3 4 5 6 ਲਿਖਿਆ। ਇਹ ਤੁਸੀਂ ਅਗਰ ਗੌਰ ਕਰੋਗੇ ਤਾਂ ਨਾ ਪੁਆਇੰਟ ਅਪ ਡਾਊਨ ਹੁੰਦੇ। ਅਪ ਡਾਊਨ ਦਾ ਮਤਲਬ ਯਾਨੀ ਕਿ ਜਿਹੜਾ ਪ੍ਰੋਗਰਾਮ ਤੁਸੀਂ ਦੇਣਾ ਵਾ ਉਸੇ ਤਰ੍ਹਾਂ ਪੁਆਇੰਟ ਲੱਗਦੇ ਜਾਣਗੇ ਇਹਦੇ। ਇਸੇ ਤਰ੍ਹਾਂ ਹੀ ਇਹਦੇ ਕਨੈਕਸ਼ਨ ਆ, ਯਾਨੀ ਕਿ 1 ਨੰਬਰ 'ਤੇ ਹੀਟਰ ਆ, 2 ਨੰਬਰ 'ਤੇ ਬਲਬ ਆ, 3 ਨੰਬਰ 'ਤੇ ਪੰਖਾ, 4 ਨੰਬਰ 'ਤੇ ਜਿਹੜਾ ਵਾ ਉਹ ਡਬਲ ਹੀਟਰ ਆ। ਫਿਰ ਆਪ ਹੀ ਉਹਨੂੰ ਮੈਨੇਜ ਕਰ ਲੈਂਦਾ ਟਾਈਮਰ ਕਿ ਅਗਰ 4 ਨੰਬਰ 'ਤੇ ਕਿਹੜੀ ਸ਼ੈ ਵਾ, ਕਿਹੜਾ ਪ੍ਰੋਗਰਾਮ ਹੈ। 1 2 3 4 5 ਇਹ ਪੁਆਇੰਟ ਅਪ ਡਾਊਨ ਹੋ ਰਿਹਾ। ਪਿਛਲੇ ਬੰਨੇ ਜਿਹੜਾ ਲੱਗਾ ਵਾ ਉਹ D7 D5 D9 ਇਹ ਡਾਇਰੈਕਟ ਤਾਰ ਆ, ਯਾਨੀ ਕਿ ਉਦੋਂ ਹੀਟਰ ਲੋ ਆ ਰਹੀਆਂ ਡਾਇਰੈਕਟ, ਉਹ ਮੇਨ ਤਾਰਾਂ ਲੱਗ ਗਈਆਂ ਨੇ। ਉਹਨਾਂ ਤੁਹਾਨੂੰ ਮੈਂ ਦਿਖਾਉਂਦਾ, ਉੱਪਰ ਔਫ ਆ, ਇੱਥੇ ਆ ਡਬਲ ਹੀਟਰ। ਠੀਕ ਆ, ਉਸ ਤੋਂ ਬਾਅਦ ਆ ਗਿਆ ਪੰਖਾ ਅਤੇ ਡਬਲ ਹੀਟਰ। ਉੱਪਰ ਵਾਲਾ ਹੀਟਰ, ਪੰਖਾ ਅਤੇ ਉੱਪਰ ਵਾਲਾ ਹੀਟਰ, ਨੀਚੇ ਵਾਲਾ ਪੰਖਾ ਅਤੇ ਹੀਟਰ, ਇਕੱਲਾ ਹੀਟਰ, ਬਲਬ ਯਾਨੀ ਕਿ ਫੈਨ ਇਕੱਲਾ, ਬਲਬ ਅਤੇ ਵਾਈ ਅਤੇ ਔਫ। ਇਹ ਵਾ ਇਹਦਾ ਪ੍ਰੋਗਰਾਮ, ਜੇ ਅਗਰ ਤੁਸੀਂ ਚਲਾਉਣਾ ਚਾਹੁੰਦੇ ਹੋ, ਅਗਰ ਯਾਨੀ ਕਿ ਕਿੱਥੇ ਚੱਲਦਾ, ਕਿਹੜੀ ਚੀਜ਼ ਕਿੱਥੇ ਚੱਲਦੀ ਹੈ। ਇਕੱਲਾ ਹੁਣ ਚੱਲ ਪਿਆ। ਬਾਕੀ ਲੋਡ ਵਗੈਰਾ ਵੀ ਤੁਹਾਨੂੰ ਚਲਾ ਕੇ ਚੈੱਕ ਕਰਾਉਣਾ, ਡਬਲ ਹੀਟਰ ਦਾ, ਸਿੰਗਲ ਹੀਟਰ ਦਾ, ਇਹ ਕਿਸ ਤਰ੍ਹਾਂ ਲੋਡ ਚੱਲਦਾ ਹੈ। ਹੁਣ ਇਸ ਟਾਈਮ 12 ਐਂਪੀਅਰ ਆ ਡਬਲ ਹੀਟਰ 'ਤੇ, ਇਹ 6 ਐਂਪੀਅਰ ਦਾ ਇੱਕ ਹੀਟਰ ਆ, ਅਤੇ 12 ਐਂਪੀਅਰ ਆ ਡਬਲ ਹੀਟਰ ਚੱਲਣ ਦਿਆ ਇਸ ਟਾਈਮ। ਇਹਨੂੰ ਬੰਦ ਕਰਤਾ, ਇਕੱਲਾ ਬਲਬ ਅਤੇ ਪੰਖਾ ਚੱਲ ਰਿਹਾ ਹੋਣਾ। ਫਿਰ ਅੱਗੇ ਮੈਨੂੰ ਸਿੰਗਲ ਹੀਟਰ ਕਰ ਦਿੱਤਾ, ਸਿੰਗਲ ਹੀਟਰ 'ਤੇ ਆ ਗਿਆ। ਠੀਕ ਹੈ, ਜਿਹੜਾ ਉੱਪਰ ਵਾਲਾ ਹੀਟਰ ਉਹਦਾ ਲੋਡ ਹੋਏਗਾ 6 ਐਂਪੀਅਰ ਦਾ। ਠੀਕ ਹੈ, 5.8 ਯਾਨੀ 6 ਐਂਪੀਅਰ ਕਾਊਂਟ ਕੀਤਾ ਜਾਂਦਾ। ਉਸ ਤੋਂ ਬਾਅਦ ਆ ਗਿਆ ਵਾ ਉੱਪਰ ਵਾਲਾ ਹੀਟਰ ਅਤੇ ਪੰਖਾ, ਇਹਦਾ ਐਂਪੀਅਰ ਵੀ 6 ਐਂਪੀਅਰ ਹੋਣੇ। ਠੀਕ ਹੈ, ਨਾਲ ਪੰਖਾ ਚੱਲ ਜਾਵੇ ਤਾਂ ਕੋਈ ਮਸਲਾ ਨਹੀਂ ਇਹਦਾ। ਠੀਕ ਹੈ, 6 ਐਂਪੀਅਰ ਲੋਡ ਇਹਦਾ। ਇਸ ਤਰ੍ਹਾਂ 1 ਬਾਈ 1 ਜਿਹੜਾ ਪ੍ਰੋਗਰਾਮ ਹੋਏਗਾ ਉਸ ਹਿਸਾਬ ਨਾਲ ਇਹਦਾ ਲੋਡ ਹੋਏਗਾ। ਇਹ ਸੀ ਇਹਦੀ ਡਿਟੇਲ ਵਗੈਰਾ। ਹੁਣ 6/6 ਯਾਨੀ ਕਿ ਪੰਖਾ ਅਤੇ ਉੱਪਰਲਾ ਬਲੋਰ ਵਗੈਰਾ ਨਾਲ ਚੱਲ ਗਏ ਹੋਣਗੇ। ਸਿੰਗਲ ਹੀਟਰ ਆ, ਪੰਖਾ ਆ ਗਿਆ, ਉੱਪਰਲਾ ਬਲਬ ਆ ਗਿਆ, ਫਿਰ ਉਸ ਤੋਂ ਬਾਅਦ ਔਫ ਆ ਜਾਂਦਾ। ਇਹ ਸੀ ਬੇਕਿੰਗ ਓਵਨ, ਯਾਨੀ ਕਿ ਇਹਨੇ ਉੱਪਰੋਂ ਅਤੇ ਨੀਚੋਂ ਦੋਨੋਂ ਪਾਸਿਓਂ ਇਹਨੇ ਨਾ ਹੀਟ ਦੇ ਕੇ, ਓਵਨ ਹੋਵੇ, ਓਵਨ ਦੇ ਵਿੱਚ ਪੀਜ਼ਾ ਹੋਵੇ, ਕੋਸਟ ਹੋਵੇ, ਕੋਈ ਵੀ ਚੀਜ਼ ਤੁਹਾਡੇ ਇਲਮ ਦੇ ਮੁਤਾਬਕ ਕਿੰਨਾ ਟਾਈਮ ਆ, ਕੀ ਹਿਸਾਬ ਕਿਤਾਬ ਆ, ਤੁਸੀਂ ਕਰ ਸਕਦੇ। ਇੱਕ ਹੀਟਰ ਉੱਪਰ, ਇੱਕ ਨੀਚੇ ਪਲੇਟ ਵਾਲਾ ਹੀਟਰ। ਉਹ ਜਿਹੜਾ ਕੁੱਕ ਹੁੰਦਾ ਉਹਨੂੰ ਪਤਾ ਹੁੰਦਾ ਬਿਹਤਰ, ਜਿਹੜੇ ਘਰਾਂ 'ਚ ਇਸਤੇਮਾਲ ਕਰਦੇ ਦੋਸਤ ਬਾਬ, ਯਾਨੀ ਕਿ ਜਾਂ ਬੀਬੀਆਂ ਭੈਣਾਂ ਇਸਤੇਮਾਲ ਕਰਦੀਆਂ, ਉਹਨਾਂ ਨੂੰ ਪਤਾ ਹੁੰਦਾ ਕਿੰਨਾ ਟਾਈਮ ਕੀ ਹੈ। ਇਹ ਸੀ ਜਿਹੜੀ ਇਸਤੇਮਾਲ ਦੀ ਵੀਡੀਓ ਅਤੇ ਰਿਪੇਅਰਿੰਗ ਦੀ ਵੀਡੀਓ। ਇਹ ਜਿਹੜਾ ਬੰਦਾ ਟੈਕਨੀਕਲ ਉਹ ਸਮਝ ਜਾਏਗਾ ਇਸ ਚੀਜ਼ ਨੂੰ। ਇਹਦੇ ਹੁਣ ਵਾਰਡ ਲਿਖੇ ਆ 2700 ਵਾਟ ਤੱਕ ਜਾਂਦਾ ਡਬਲ ਲੋਡ 'ਤੇ। ਠੀਕ ਆ, ਵਰਨਾ ਸਿੰਗਲ ਕਰ ਲਓ ਅੱਧਾ, ਅਤੇ 25 ਤਕਰੀਬਨ 1400-1500 ਵਾਟ ਬਣਨਾ ਸਿੰਗਲ ਨੇ। ਹੁਣ ਇਹਦੀ ਬਲੋਰ ਜਿਹੜਾ ਉਹ ਚੱਲ ਰਿਹਾ ਉਦੋਂ ਜਦੋਂ ਇਹਨੇ ਓਵਰ ਹੀਟ ਹੋਣਾ। ਹੁਣ ਤਾਰਾਂ ਸ਼ਾਰਾਂ ਪੱਕੀਆਂ ਲਾਤੀਆਂ, ਇਹਨੂੰ ਪੈਕ ਕਰਦੇ ਹਾਂ। ਠੀਕ ਆ,
ਪੈਕ ਕਰਨ ਤੋਂ ਬਾਅਦ ਇਹਨੂੰ ਫਿਟਿੰਗ ਕਰਦੇ ਇਹਦੀ ਮੁਕੰਮਲ। ਇਹ ਸੀ ਇਹਦੀ ਵੀਡੀਓ। ਤੇ ਇਸ ਵੀਡੀਓ ਅੱਛੀ ਲੱਗੇ ਚੈਨਲ ਨੂੰ ਕਰਿਓ ਸਬਸਕ੍ਰਾਈਬ, ਲਾਈਕ ਕਰਿਓ, ਕਮੈਂਟ ਕਰਿਓ। ਇਸ ਤਰ੍ਹਾਂ ਦੀ ਵੀਡੀਓ ਬਣਾਉਂਦੇ ਰਹਾਂਗੇ। ਹੋਰ ਵੀ ਮਜ਼ੀਦ ਹੈਗੀਆਂ, ਚੈਨਲ 'ਤੇ ਵਿਜ਼ਿਟ ਕਰਿਓ। ਠੀਕ ਹੈ। ਹੁਣ ਆਹ ਥਰਮੋਸਟੇਟ ਆ, ਥਰਮਲ ਤਾਰ ਵਾਲਾ, ਜਿਹੜਾ ਹੀਟ ਨੂੰ ਸੈਂਸ ਕਰਕੇ ਉਹਨੂੰ ਲਿਕਵਿਡ ਨੂੰ ਅੱਗੇ ਪਹੁੰਚਾ ਕੇ ਟ੍ਰਿਪ ਕਰਵਾਉਂਦਾ। ਇਲੈਕਟ੍ਰੋਨਿਕ ਨਹੀਂ, ਥਰਮਲ ਇਹਨੂੰ ਕਹਿੰਦੇ ਥਰਮੋਸਟੇਟ। ਮਿਲਾਂਗੇ ਨੈਕਸਟ ਵੀਡੀਓ 'ਚ। ਅੱਲਾ ਖੈਰ ਰੱਖੇ, ਰੱਬ ਰਾਖਾ।